ਦੋਸਤੋ ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡਾ ਦੇਸ਼ ਪ੍ਰਦੇਸ਼ ਟੀਵੀ ਦੇ ਵਿੱਚ ਅਤੇ ਸਾਡੇ ਸਾਰੇ ਉਹਨਾਂ ਸਰੋਤਿਆਂ ਦਾ ਜੋ ਸਾਨੂੰ ਰੈਡ ਐਫਐਮ ਤੇ ਦੇਖ ਰਹੇ ਨੇ। ਮੈਂ ਇਸ ਟਾਈਮ ਬਿਲਕੁਲ ਵਿਗਿਆਨ ਭਵਨ ਦੇ ਬਾਹਰ ਖੜਾ ਤੇ ਦੇਖੋ ਹੁਣ ਕਿਸਾਨ ਆਗੂ ਬਾਹਰ ਆ ਰਹੇ ਨੇ। ਮੀਟਿੰਗ ਖਤਮ ਹੋ ਚੁੱਕੀ ਹੈ, ਲਗਭਗ 6 ਵੱਜ ਗਏ, 6 ਵਜੇ 10 ਮਿੰਟ ਹੋਏ ਆ ਔਰ 4 ਘੰਟੇ ਦੀ ਮੀਟਿੰਗ ਤੋਂ ਬਾਅਦ ਪਤਾ ਲੱਗਾ ਹੈ कि कोई भी हजे ਜਿਹੜਾ सहमति नहीं बन पाई। खास तौर ਤੇ ਜਿਹੜੀ सहमति बननी सी कि 3 ਖੇਤੀਬਾੜੀ ਦੇ ਕਾਨੂੰਨ ਜਿਹੜੇ ਵਾਪਸ ਲੈਣੇ ਸੀ ਔਰ MSP ਤੇ ਕੋਈ सहमति नहीं बन पाई है। और दूसरी गल जो सानू दोस्तों पता लग रही है वो ये आ कि अगली मीटिंग हुण 8 जनवरी ਨੂੰ होण जा रही है। ਆਪਾਂ ਨੂੰ ਪਤਾ ਲੱਗੂਗਾ ਜਿੱਦਾਂ ਹੀ ਕਿਸਾਨ ਆਗੂ ਬਾਹਰ ਆਉਣਗੇ। ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਕਿਸਾਨ ਆਗੂ ਬਾਹਰ ਆ ਰਹੇ ਨੇ ਇਸ ਮੀਟਿੰਗ ਤੋਂ ਬਾਅਦ। इस मीटिंग ते अज की मीटिंग ते बड़े लोगों को उम्मीदा सी कि कोई ना कोई नतीजा निकलेगा, लेकिन हजे तक किसी तरह का कोई नतीजा नहीं निकलिया जो सानू पता लगा। बाकी जिदा ही किसान आगू आउणगे आपां उन्हां तों पुछदे हैं कि उन्होंने कुछ नहीं, मीटिंग बेसिट्टा रही है, कुछ नहीं है, कोई नतीजा नहीं। अगली मीटिंग हुण फिर होगी, एवें है बार बार मीटिंग रखने कोई तंत नहीं है, पूरी तरह बेसिट्टा है। कोई गल करन नूं तैयार नहीं, ਉਹੀ ਸੋਧ ਵਾਲੀ ਤੇ ਖੜੇ ਆ। ਤੁਸੀਂ ਕੀ ਕਿਹਾ ਫਿਰ ਦੁਬਾਰਾ? ਅਸੀਂ ਕਿਹਾ ਵੀ ਰੱਦ ਕਰਾਉਣੇ ਆ, ਰੱਦ ਕਰਾਏ ਤਾਂ ਬਣਾ ਹੱਲ ਨਹੀਂ ਹੋਊਗਾ। ਉਦੋਂ ਕਹੇ ਵੀ MSP ਤੇ ਕਰੋ, ਕੋਈ MSP ਤੇ ਗੱਲ ਹੋਈ, MSP ਤੇ ਗੱਲ ਹੋਈ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ। ਉਹੀ ਗੱਲ ਕੀ ਕਹਿ ਰਹੀ ਹੈ ਸਰਕਾਰ? ਕੀ ਕਹਿ ਰਹੀ ਹੈ ਸਰਕਾਰ? ਕੁਛ ਨਹੀਂ, ਮੀਟਿੰਗ ਤੇ ਮੀਟਿੰਗ ਦੇ ਰਹੀ ਹੈ, ਹੋਰ ਕੁਛ ਨਹੀਂ। ਠੀਕ ਹੈ, ਕੋਈ ਹੱਲ ਨਿਕਲਦਾ ਕੋਈ ਹੱਲ ਨਿਕਲ ਸੰਘਰਸ਼ ਐਸੇ ਤਰ੍ਹਾਂ ਚੱਲੂਗਾ ਲਗਾਤਾਰ। ਤਿੱਖਾ ਤਾਂ ਹੋ ਹੀ ਰਿਹਾ, ਵੱਧ ਹੀ ਰਿਹਾ, ਗਿਣਤੀ ਵੱਧ ਰਹੀ ਹੈ। ਜਿਵੇਂ ਅੱਜ ਜਾ ਕੇ ਅੰਦਰ ਮੁੜੇ ਤੁਸੀਂ ਬਾਹਰ ਡਿੱਕੀ ਜਾਂਦੇ ਹੋ, ਅਸੀਂ ਅੰਦਰ ਖਰਾਬ ਹੋਈ ਜਾਂਦੇ ਆ। ਖਰਾਬ ਕਰਦੀ ਮੀਟਿੰਗ ਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਹੈ ਬਿਲਕੁਲ ਬੇਸਿੱਟਾ ਨਿਕਲੀ। ਉਸ ਤੋਂ ਬਾਅਦ 8 ਤਰੀਕ ਨੂੰ ਦੁਬਾਰਾ ਮੀਟਿੰਗ ਕਰਾਂਗੇ। ਕੀ ਗੱਲਬਾਤ ਕੀ ਹੋਈ ਅੱਜ? ਗੱਲਬਾਤ ਬਸ ਇਹੀ ਹੋਈ, ਅਸੀਂ ਕਹਿੰਦੇ ਰੱਦ ਕਰੋ, ਉਹ ਕਹਿੰਦੇ ਵੀ ਅਜੇ ਸੋਧ ਕਰ ਸਕਦੇ ਆ। MSP ਦੀ ਵੀ ਕੋਈ ਗੱਲ ਨਹੀਂ ਹੋਈ। ਉਹ ਕਹਿੰਦੇ ਪਹਿਲਾਂ ਇੱਥੇ ਸਾਡਾ ਬਿੱਲਾਂ ਦਾ ਪਹਿਲਾਂ ਮਸਲਾ, ਜਿੰਨਾ ਚਿਰ ਬਿੱਲ ਰੱਦ ਨਹੀਂ ਕਰਦੇ ਉਹਨਾਂ ਚਿਰ ਸਾਡਾ ਕੋਈ ਅੱਜ ਤੱਕ ਤਾਂ ਇਹੀ ਆ ਉਹਦਾ ਵੀ ਨਹੀਂ ਰੱਦ ਕਰਨੇ। ਪਰ 8 ਤਰੀਕ ਨੂੰ ਦੁਬਾਰਾ ਸੋਚਣਗੇ ਤੇ ਦੁਬਾਰਾ ਮੀਟਿੰਗ ਦੇ ਵਿੱਚ ਕੀ ਫੈਸਲਾ ਭੇਜਿਆ ਤੁਹਾਨੂੰ? ਸਾਨੂੰ ਇਹ ਕਿਹਾ ਵੀ 8 ਤਰੀਕ ਨੂੰ ਦੁਬਾਰਾ ਆਪਾਂ ਮੀਟਿੰਗ ਰੱਖਦੇ ਆ ਤੇ ਫਿਰ ਦੇਖਦੇ ਕੀ ਹੁੰਦਾ। ਤੁਹਾਨੂੰ ਅੱਜ ਕੀ ਜਿਹੜੇ 3 ਖੇਤੀਬਾੜੀ ਦੇ ਕਾਨੂੰਨ ਸੀ ਵਾਪਸ ਲੈਣ ਨੂੰ ਨਾ ਕਰ ਦਿੱਤੀ? ਹਜੇ ਤੱਕ ਨਾ ਆ, ਸੋਧ ਕਰ ਸਕਦੇ ਆ। MSP ਤੇ ਸਰਕਾਰ ਨੇ ਤੁਹਾਨੂੰ ਕੀ ਕਿਹਾ? MSP ਦੀ ਉਦੋਂ ਨੂੰ ਮੀਟਿੰਗ ਹੋਣੀ 8 ਤਰੀਕ ਨੂੰ ਦੁਬਾਰਾ। ਮੀਟਿੰਗ ਹੁਣੇ ਖਤਮ ਹੋਈ ਹੈ। ਜਿੰਨੇ ਕਿਸਾਨਾਂ ਦੇ ਆਗੂ ਬਾਹਰ ਆ ਰਹੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੀ ਮੀਟਿੰਗ ਆ ਬਿਲਕੁਲ ਬੇਸਿੱਟਾ ਰਹੀ ਆ। ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਫੈਸਲਾ ਨਹੀਂ ਹੋ ਸਕਿਆ। ਆਓ ਆਪਾਂ ਹੋਰ ਵੀ ਕਿਸਾਨ ਆਗੂਆਂ ਨਾਲ ਗੱਲ ਕਰਦੇ ਹਾਂ। ਦੇ ਵਿੱਚੋਂ ਅੱਜ ਕੋਈ ਹੱਲ ਨਹੀਂ ਨਿਕਲਿਆ। 8 ਤਰੀਕ ਦੀ ਅਗਲੀ ਮੀਟਿੰਗ ਆ। ਖੇਤੀਬਾੜੀ ਮੰਤਰੀ ਨੇ ਕਿਹਾ ਵੀ ਕੀ ਤੁਹਾਡਾ ਅੰਤਿਮ ਫੈਸਲਾ? ਅਸੀਂ ਮੇਜ਼ ਖੜਕਾ ਕੇ ਕਹਤਾ ਵੀ ਸਾਡਾ ਅੰਤਿਮ ਫੈਸਲਾ ਰਿਪੀਲ ਤੋਂ 1 ਇੰਚ ਵੀ ਜਿਹੜਾ ਹੈਗਾ ਪੂਰਾ ਨਹੀਂ ਹਟਣਾਗਾ। ਜਿਹੜੇ ਕਾਨੂੰਨ ਆ ਉਹ ਰਿਪੀਲ ਹੀ ਕਰਾਉਣੇ ਆ। ਤੇ ਇਸ ਕਰਕੇ ਉਹਨੇ ਕਿਹਾ ਵੀ ਅਸੀਂ ਸਾਰਿਆਂ ਨਾਲ ਰਾਏ ਕਰਕੇ 8 ਤਰੀਕ ਨੂੰ ਅਗਲੀ ਮੀਟਿੰਗ ਕਰਾਂਗੇ। ਬਹੁਤ ਸਾਰੇ ਲੋਕ ਇਸ ਕਾਨੂੰਨ ਦੇ ਨਾਲ ਸਹਿਮਤ ਵੀ ਆ। ਅੱਜ ਦੀ ਬੈਠਕ ਹੈ ਉਹ ਬੇਨਤੀਜਾ ਰਹੀ ਹੈ ਤੇ ਅਗਲੀ ਬੈਠਕ ਦਾ ਤੁਹਾਨੂੰ ਤਰੀਕ ਦਿੱਤੀ ਗਈ 8 ਤਰੀਕ ਦੀ। ਤੇ 8 ਤਰੀਕ ਦਾ ਤੁਹਾਡਾ ਕੀ ਏਜੰਡਾ ਰਹੇਗਾ? 8 ਤਰੀਕ ਨੂੰ ਵੀ ਸਾਡਾ ਇਹ ਏਜੰਡਾ ਹੈ, ਤਿੰਨੇ ਕਾਨੂੰਨਾਂ ਨੂੰ ਰੱਦ ਕਰਾਉਣਾ ਔਰ MSP ਦੀ ਕਾਨੂੰਨੀ ਗਾਰੰਟੀ ਲੈਣਾ ਤੇ ਸਰਕਾਰੀ ਖਰੀਦ ਆ ਜਿਹੜੀ ਹੈ ਉਹ ਜਾਰੀ ਕਰਾਉਣਾ। ਤੇ ਇਸ ਵਾਰ ਅੱਜ ਦੀ ਬੈਠਕ ਦੇ ਵਿੱਚ ਸਿਰਫ MSP ਦੀ ਗੱਲ ਕੀਤੀ ਗਈ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਗੱਲ ਨਹੀਂ ਕੀਤੀ ਗਈ। ਨਹੀਂ, ਅੱਜ ਦੀ ਮੀਟਿੰਗ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੀਟਿੰਗ ਚੱਲੀ ਹੈ ਔਰ MSP ਦੀ ਗੱਲ ਸ਼ੁਰੂ ਕਰਨ ਲੱਗੇ ਸੀ। ਉਹ ਮੌਸਮ ਦੇ ਮਿਜਾਜ ਨੂੰ ਤੇ ਮਤਲਬ ਜਿਹੜਾ ਹੈਗਾ ਸਮੇਂ ਨੂੰ ਦੇਖਦੇ ਹੋਏ ਅਸੀਂ ਉਹ ਵਿਚਾਲੇ ਛੱਡ ਦਿੱਤੀ ਗਈ ਹੈ। 8 ਤਰੀਕ ਨੂੰ ਤੇ ਦੁਬਾਰਾ ਚਰਚਾ ਹੋਵੇ। ਤੇ ਸਰਕਾਰ ਦਾ ਰਵੱਈਆ ਕਿਹੋ ਜਿਹਾ ਸੀਗਾ ਇਸ ਮੀਟਿੰਗ ਦੇ ਵਿੱਚ? ਸਰਕਾਰ ਦਾ ਰਵੱਈਆ ਦੋਨੇ ਕਿਸਮ ਦਾ ਹੈ। ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਬੜਕ ਮਾਰਦਾ ਕਹਿੰਦਾ ਢੱਠਾਂ ਤੇ ਮੋਕ ਮਾਰਦਾ ਬਾਣੀਆਂ ਦਾ ਛੱਡਿਆ ਹੋਇਆ। ਤੋਂ ਸਰਕਾਰ ਅੰਦੋਲਨ ਤੋਂ ਵੀ ਘਬਰਾ ਰਹੀ ਹੈ ਔਰ ਉਧਰੋਂ ਕਾਰਪੋਰੇਟਾਂ ਨੂੰ ਵੀ ਛੱਡਣਾ ਨਹੀਂ ਚਾਹੁੰਦੀ, ਉਹਨਾਂ ਦਾ ਵੀ ਪ੍ਰੈਸ਼ਰ ਮੰਨ ਰਹੀ ਹੈ। ਪਰ ਅਸੀਂ ਸਮਝਦੇ ਹਾਂ ਕਿ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਸਰਕਾਰ ਦਾ ਰਵੱਈਆ ਸੀ ਉਹ ਸਰਕਾਰ ਨੇ ਇਸ ਕਰਕੇ ਕਰ ਲਿਆ ਕਿ ਜਿਹੜਾ ਕੁਦਰਤ ਦਾ ਮਿਜਾਜ ਹੈ ਉਹ ਥੋੜ੍ਹਾ ਖਰਾਬ ਹੈ। ਉਹ ਦੇਖ ਰਹੀ ਹੈ ਕਿ ਕਿਸਾਨ ਸ਼ਾਇਦ ਕੁਦਰਤ ਦੇ ਮਿਜਾਜ ਤੋਂ ਡਰਦੇ ਹੋਏ ਚਲੇ ਜਾਣਗੇ, ਪਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਅਸੀਂ ਇਸ ਕੁਦਰਤ ਦੇ ਬਾਰਿਸ਼ ਦੇ ਵਿੱਚ ਅਸੀਂ ਤਾਂ ਸਮਝਦੇ ਹਾਂ ਕਿ ਆ ਜਿਹੜਾ ਬਾਰਿਸ਼ ਪੈ ਰਹੀ ਹੈ ਸਾਡੇ ਲਈ ਅੰਮ੍ਰਿਤ ਦੀਆਂ ਬੂੰਦਾਂ ਗਿਰ ਰਹੀਆਂ ਨੇ, ਕਿਉਂਕਿ ਖੇਤ ਸਾਡੀ ਫਸਲ ਹੈ ਜਿਹੜੀ ਇਸ ਨਾਲ ਬਹੁਤ ਅੱਛੀ ਪੈਦਾਵਾਰ ਹੁੰਦੀ ਹੈ। ਤੋਂ ਇਹ ਸਰਕਾਰ ਇਸ ਨੂੰ ਦੂਸਰੇ ਲੋਟ ਸੋਚਦੀ ਹੈ ਔਰ ਮੈਂ ਸਮਝਦੇ ਹਾਂ ਕਿ ਅਸੀਂ ਕੁਦਰਤ ਦੇ ਕਿੰਨੇ ਕੁ ਦਿਨ ਮਿਜਾਜ ਖਰਾਬ ਰੱਖੇਗੀ। ਕੁਦਰਤ ਨੂੰ ਵੀ ਸਾਡੇ ਮੂਹਰੇ ਹਾਰਨਾ ਪਵੇਗਾ ਕਿਉਂਕਿ ਸਾਡੇ ਇਰਾਦੇ ਦਿਰੜ ਨੇ। ਅਸੀਂ ਕੁਦਰਤ ਨਾਲ ਪਹਿਲਾਂ ਤੇ ਵੀ ਲੜਦੇ ਰਹੇ ਹਾਂ ਔਰ ਸਰਕਾਰ ਨੂੰ ਵੀ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ। ਅਸੀਂ ਮੰਗਾਂ ਮਨਾਏ ਬਿਨਾਂ ਘਰਾਂ ਨੂੰ ਨਹੀਂ ਜਾਵਾਂਗੇ, ਭਾਵੇਂ ਸਾਨੂੰ ਅੱਜ 40 ਦਿਨ ਹੋ ਗਏ ਆਪਣੇ ਇਸ ਮਤਲਬ ਮੋਰਚੇ ਜਟੇ ਹੋਏ ਔਰ ਡਟੇ ਰਹਾਂਗੇ, ਖਾਲੀ ਹੱਥ ਨਹੀਂ ਜਾਵਾਂਗੇ।
ਤੇ ਤੋਮਰ ਜੀ ਮੀਟਿੰਗ ਦੇ ਵਿੱਚ ਬਹੁਤ ਵਾਰ ਉੱਠ ਕੇ ਫੋਨ ਸੁਣਨ ਵਾਸਤੇ ਗਏ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਤੋਮਰ ਜੀ ਉੱਤੇ ਹੋਰ ਉੱਪਰਲੀ ਜਿਹੜੀ ਅਥਾਰਟੀ ਆ ਉਹਨਾਂ ਦਾ ਜ਼ੋਰ ਜ਼ਿਆਦਾ ਆ? ਨਹੀਂ, ਉਹਨਾਂ ਦਾ ਜ਼ੋਰ ਤਾਂ ਹੈ ਹੀ। ਸਰਕਾਰ ਦੇ ਮੋਦੀ ਦੀ ਬਿਨਾਂ ਤੋਂ ਜਾਂ ਅਮਿਤ ਸ਼ਾਹ ਦੀ ਮਨਜ਼ੂਰੀ ਤੋਂ ਬਿਨਾਂ ਤਾਂ ਤੋਮਰ ਕੁਝ ਨਹੀਂ ਕਰ ਸਕਦਾ। ਉਹ ਵਾਰ-ਵਾਰ ਕਿਸਾਨਾਂ ਦੀ ਤੇ ਉਹ ਇੱਕ ਮੀਡੀਏਟਰ ਦੇ ਤੌਰ ਤੇ ਕੰਮ ਕਰ ਰਿਹਾ, ਸਰਕਾਰ ਨਾਲ ਗੱਲਬਾਤ ਕਰ ਰਿਹਾ। ਅੱਜ ਵੀ ਜਿਹੜਾ ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਅਸੀਂ ਸਰਕਾਰ ਨਾਲ ਗੱਲ ਕਰਾਂਗੇ, ਵਿਚਾਰਾਂਗੇ ਤੇ ਤੁਸੀਂ ਵੀ ਕੋਈ ਆਲਟਰਨੇਟਿਵ ਲੱਭ ਕੇ ਲੈ ਕੇ ਆਓ। ਅਸੀਂ ਸਾਫ਼ ਸਪਸ਼ਟ ਕਹਿਤਾ ਕਿ ਅਸੀਂ 8 ਤਰੀਕ ਨੂੰ ਤੁਹਾਡੇ ਲਈ ਇਸ ਲਈ ਆਵਾਂਗੇ ਕਿ ਤੁਸੀਂ ਫੈਸਲਾ ਸੁਣਨ ਵਾਸਤੇ ਆਵਾਂਗੇ। ਅਸੀਂ ਆਲਟਰਨੇਟਿਵ ਕੋਈ ਨਹੀਂ ਦੇਣਾ। ਤੁਸੀਂ ਦੱਸੋ ਕੀ ਫੈਸਲਾ ਸੁਣਾਓਗੇ, ਅਸੀਂ ਸੁਣ ਕੇ ਚਲੇ ਜਾਵਾਂਗੇ। ਕੀ ਹੁਣ 8 ਤਰੀਕ ਨੂੰ ਆ ਕੇ ਤੁਸੀਂ ਉਹਦੇ ਵਿੱਚ ਜਿਹੜੇ ਖੇਤੀਬਾੜੀ ਕਾਨੂੰਨ ਹੈਗੇ ਇਹਦੇ ਵਿੱਚ ਸੋਧਾਂ ਵਾਸਤੇ ਰਾਜ਼ੀ ਹੋ ਕੇ ਆਉਂਗੇ ਕਿ ਇਹ ਇਦਾਂ ਦੇ ਇਦਾਂ ਹੀ ਰਹਿਣਗੇ? ਬਿਲਕੁਲ ਨਹੀਂ। ਸਾਡਾ ਜਿਹੜਾ ਏਜੰਡਾ ਹੈ, ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਆਏ ਹਾਂ ਔਰ ਅਸੀਂ ਨਾਅਰਾ ਵੀ ਦਿੱਤਾ ਹੈ, ਤਿੰਨੇ ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਮਨਜ਼ੂਰ। ਹਾਂਜੀ, ਸਾਨੂੰ ਦੱਸੋ ਜੀ ਕੀ ਸਿੱਟਾ ਨਿਕਲਿਆ ਮੀਟਿੰਗ ਦਾ? आज कोई सिट्टा नहीं निकला, बेसिट्टा रही है मीटिंग। हाँ, सरकार हमारे के ऑप्शन मांग रही है कि कोई ऑप्शन दसो। हम कह रहे हैं कि हमने रिपीएल कराना है, ऑप्शन की कोई बात ही नहीं है। रिपीएल से हमारा कोई कम नहीं है क्योंकि हमने तो नारा दिया है ये तीनों कानून चकनाचूर, इससे कम हमें नहीं मंजूर। ਅੱਛਾ, ਸਾਨੂੰ ਦੱਸੋ, ਸਾਨੂੰ ਇਹ ਵੀ ਪਤਾ ਲੱਗਾ ਕਿ ਵਿੱਚ ਮੀਟਿੰਗ ਤੇ ਤਲਖੀ ਹੋ ਗਈ ਸੀ ਔਰ ਜਿਹੜੇ ਰਾਜੇਵਾਲ ਸਾਹਿਬ ਆ ਉਹ ਕਹਿੰਦੇ ਸੀ ਅਸੀਂ ਮੀਟਿੰਗ ਹੁਣੇ ਖਤਮ ਕਰਦੇ ਹਾਂ ਕਿਉਂਕਿ ਤੁਸੀਂ ਖੇਤੀਬਾੜੀ ਕਾਨੂੰਨਾਂ ਤੇ ਗੱਲ ਨਹੀਂ ਕਰ ਰਹੇ। नहीं नहीं, ऐसी कोई गल नहीं हुई। गलबात जी है वधिया संदर्भ चली है, दोनों तरफ से गलबात चलती रही है। हमने अपनी बात पर अड़े रहे हैं कि हमें जो ये कानून रिपील चाहिए, इससे कम हमारे को कुछ नहीं चाहिए। सरकार कह रही थी कि आप जो अमेंडमेंट चाहते हैं आप हम कर देते हैं, जो ऑप्शन आप कहेंगे हम वो ऑप्शन कर लेते हैं। हम कहते हैं कि ऑप्शन कोई नहीं, हमें तो ਸਾਨੂੰ ਇਹ ਦੱਸੋ ਕਿ ਜਿਹੜੇ ਪਿਛਲੀ ਵਾਰੀ ਵੀ ਕੇਂਦਰ ਸਰਕਾਰ ਉੱਥੇ ਖੜੀ ਸੀ, ਅੱਜ ਵੀ ਉੱਥੇ ਖੜੀ ਆ, 1 ਵੀ ਇੰਚ ਅੱਗੇ ਨਹੀਂ ਵਧੀ। ਨਹੀਂ, ਪਿਛਲੀ ਮੀਟਿੰਗ ਸਰਕਾਰ ਨੇ ਸਾਡੀਆਂ ਦੋ ਗੱਲਾਂ ਮੰਨੀਆਂ ਸੀ, ਬਿਜਲੀ ਬਿੱਲ ਅਤੇ ਪਰਾਲੀ ਵਾਲਾ ਐਕਟ ਆ ਜਿਹੜਾ, ਉਹ ਤੋਂ ਸਰਕਾਰ ਪਿੱਛੇ ਹਟ ਗਈ ਸੀ। ਇਸ ਵਾਰ ਸਰਕਾਰ ਨੂੰ ਸਾਨੂੰ ਲੱਗਦਾ ਸੀ ਵੀ ਸਰਕਾਰ ਪਿੱਛੇ ਹਟੇਗੀ, ਪਰ ਸਰਕਾਰ ਸਾਨੂੰ ਟੋਹ ਕੇ ਦੇਖਦੀ ਹੈ, ਆਪਣਾ ਥੋੜਾ ਰਿਸਟ੍ਰਿਕਟ ਹੋਈ ਹੈ। ਅਸੀਂ ਉਸ ਤੇ ਜ਼ਿਆਦਾ ਰਿਸਟ੍ਰਿਕਟ ਹਾਂ ਕਿਉਂਕਿ ਅਸੀਂ ਤਾਂ ਆਪਣੇ 26 ਜਨਵਰੀ ਤੱਕ ਪ੍ਰੋਗਰਾਮ ਲਿਖੇ ਹੋਏ ਨੇ। ਸਾਨੂੰ ਪਤਾ ਕਿ ਸਰਕਾਰ ਜਿਹੜਾ ਹੈਗਾ ਥੋੜੇ मामले से मनने वाली नहीं है, इसलिए हमारे को लंबा आंदोलन लड़ना पड़ेगा और हम लंबा आंदोलन लड़ने के लिए जहां आए हैं, जहां रहेंगे, अपने जड़े मांग मनाकर कानून अपील करा कर ही आप वापस जाएंगे, वरना हमारे के लिए जाना घर में मुश्किल है, हम नहीं जाएंगे। ਸੋ ਦੇਖਿਆ ਤੁਸੀਂ ਹੁਣੇ ਦੋਸਤੋ ਕਿ ਕਿਸ ਤਰ੍ਹਾਂ ਜਿਹੜੇ ਕਿਸਾਨਾਂ ਦੇ ਆਗੂ ਬਾਹਰ ਆਏ ਨੇ ਹੁਣੇ ਵਿਗਿਆਨ ਭਵਨ ਤੋਂ 4 ਘੰਟੇ ਦੇ ਕਰੀਬ ਮੀਟਿੰਗ ਹੋਣ ਤੋਂ ਬਾਅਦ ਬਿਲਕੁਲ ਇਸ ਟਾਈਮ ਲੱਗ ਰਿਹਾ ਕਿ ਮੀਟਿੰਗ ਜਿਹੜੀ ਸੀ ਉਹ ਬੇਸਿੱਟਾ ਨਿਕਲੀ। ਕੋਈ ਵੀ ਉਸ ਦੇ ਵਿੱਚ ਹਜੇ ਤੱਕ ਫੈਸਲਾ ਨਹੀਂ ਮਿਲਿਆ। ਸਾਡੇ ਨਾਲ ਹੋਰ ਕਿਸਾਨਾਂ ਦੇ ਆਗੂ ਆ ਜੀ। ਤੁਸੀਂ ਕਿਹੜੀ ਜਥੇਬੰਦੀ ਦੀ ਹੋ ਜੀ? ਮੈਂ ਕਵਲਪ੍ਰੀਤ ਸਿੰਘ ਪੰਨੂ, ਕਿਸਾਨ ਸੰਘਰਸ਼ ਕਮੇਟੀ ਪੰਜਾਬ। ਜਿਹੜੀ ਅੱਜ ਵਾਲੀ ਮੀਟਿੰਗ ਆ ਉਹਦੇ 'ਚ ਜਿਹੜੀ ਸਾਡੇ ਵੱਲੋਂ ਗੱਲ ਹੋਈ ਕਿ ਸਰਕਾਰ ਉਹ ਤਿੰਨੇ ਕਾਨੂੰਨ ਰਿਪੀਲ ਕਰੇ। ਜਿਹੜਾ ਖੇਤੀਬਾੜੀ ਮੰਤਰੀ ਉਹ ਇੱਥੇ ਬਹਿਸ ਕਰਨੀ ਚਾਹੁੰਦੇ ਸੀ, ਅਸੀਂ ਇਹ ਕਿਹਾ ਇੱਥੇ ਬਹਿਸ ਬਹੁਤ ਹੋ ਚੁੱਕੀ, ਤੁਸੀਂ ਇਹਨੂੰ ਰਿਪੀਲ ਕਰੋ। ਅਸੀਂ ਪਿਛਲੀ ਮੀਟਿੰਗ 'ਚ ਵੀ ਕਹਿ ਕੇ ਆਏ ਸਾਂ ਵੀ ਸਰਕਾਰ ਇਹਨੂੰ ਰਿਪੀਲ ਕਰਨ ਦਾ ਤਰੀਕਾ ਬਣਾਵੇ, ਇਹਨਾਂ ਨੂੰ ਰਿਪੀਲ ਕੀਤਾ ਜਾਵੇ ਤੇ MSP ਤੇ ਕਾਨੂੰਨ ਬਣਾਇਆ ਜਾਵੇ। ਅੱਜ ਸਾਰੀ ਗੱਲਬਾਤ ਤੋਂ ਬਾਅਦ ਗੱਲ ਇੱਥੇ ਰੁਕੀ ਰਹੀ। ਅਸੀਂ ਰਿਪੀਲ ਦੀ ਗੱਲ ਕਰਦੇ ਰਹੇ, ਉਹ ਕਹਿੰਦੇ ਇੱਕ ਕਾਨੂੰਨ ਦੂਜੇ ਦੀ ਗੱਲ ਕਰ ਲਓ, ਤੀਜੇ ਦੀ ਗੱਲ ਕਰ ਲਓ। ਅੱਜ ਫੈਸਲਾ ਇਹ ਹੋਇਆ ਵੀ ਰਿਪੀਲ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ, ਕਿਉਂਕਿ ਇਹਦਾ ਵਿਚਲਾ ਰਸਤਾ ਕੋਈ ਨਹੀਂ। ਜਾਂ ਰਿਪੀਲ ਕਰੇ ਜਾਂ ਇਹਨੂੰ ਇਦਾਂ ਬਣਾ ਕੇ ਰੱਖੇ। ਜੇ ਇਦਾਂ ਬਣਾ ਕੇ ਰੱਖਦੀ ਆ ਫਿਰ ਅੰਦੋਲਨ ਜਾਰੀ ਰਹਿੰਦਾ। ਇਸ ਕਰਕੇ ਸਾਡਾ ਅੰਦੋਲਨ ਜਾਰੀ ਰਹੂਗਾ। 8 ਤਰੀਕ ਨੂੰ ਇਹਨਾਂ ਕਾਨੂੰਨਾਂ ਨੂੰ ਰਿਪੀਲ ਕਿਵੇਂ ਕਰਨਾ, ਸਰਕਾਰ ਆਪਣਾ ਪੱਖ ਲੈ ਕੇ ਆਊ। ਨਾਲ ਹੀ MSP ਦੇ ਕਾਨੂੰਨ ਕਿੱਦਾਂ ਬਣਨਾ, ਇਹ ਵੀ ਸਰਕਾਰ ਆਪਣਾ ਪੱਖ ਲੈ ਕੇ ਆਊਗੀ। ਹੁਣ ਸਾਡੀ ਗੇਂਦ ਸਰਕਾਰ ਦੇ ਪਾਲੇ 'ਚ ਆ। ਤੁਸੀਂ ਦੇਖ ਸਕਦੇ ਹੋ ਇੱਥੇ ਇਸ ਟਾਈਮ ਵਿਗਿਆਨ ਭਵਨ ਦੇ ਬਾਹਰ ਬਿਲਕੁਲ ਮੀਡੀਆ ਦਾ ਪੂਰਾ ਜਮਾਵੜਾ ਲੱਗਾ ਹੋਇਆ। ਕਿਸ ਤਰ੍ਹਾਂ ਵੱਖਰੇ ਆਗੂਆਂ ਦੇ ਨਾਲ ਸਾਰਾ ਮੀਡੀਆ ਗੱਲ ਕਰ ਰਿਹਾ ਔਰ ਜਿਹੜੇ ਕਿਸਾਨ ਆਗੂ ਨੇ ਸਾਰਿਆਂ ਨੂੰ ਇਹ ਜਾਣਕਾਰੀ ਦੇ ਰਹੇ ਨੇ ਮੀਟਿੰਗ ਦੇ ਵਿੱਚ ਅੰਦਰ ਕੀ ਹੋਇਆ, ਉਸ ਦੀ ਜਾਣਕਾਰੀ ਆਪਾਂ ਸਾਰਿਆਂ ਨੂੰ ਮਿਲ ਰਹੀ ਆ। ਲੇਕਿਨ ਇੱਕ ਗੱਲ ਦੋਸਤੋ ਸਪਸ਼ਟ ਆ, ਜਿਸ ਤਰ੍ਹਾਂ ਆਪਾਂ ਨੂੰ ਲੱਗ ਰਿਹਾ ਸੀ ਕਿ ਇਸ ਸਾਲ ਦੀ ਜਿਹੜੀ ਪਹਿਲੀ ਮੀਟਿੰਗ ਆ ਅੱਜ 4 ਤਰੀਕ ਨੂੰ ਕੋਈ ਨਾ ਕੋਈ ਸਿੱਟਾ ਨਿਕਲੂਗਾ, ਲੇਕਿਨ ਬਿਲਕੁਲ ਥੋੜੀ ਮਾਯੂਸੀ ਹੋਈ ਕਿਸਾਨਾਂ ਦੇ ਆਗੂਆਂ ਨੂੰ ਕਿ ਅੰਦਰ ਕਿਸੇ ਤਰ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਦੋਸਤੋ ਸਾਡੇ ਨਾਲ ਹੋਰ ਇੱਕ ਕਿਸਾਨਾਂ ਦੇ ਆਗੂ ਨੇ। ਤੁਹਾਨੂੰ ਕੀ ਲੱਗਦਾ ਜਿਹੜਾ ਨਤੀਜਾ ਨਿਕਲਿਆ ਮੀਟਿੰਗ ਇੱਕ ਵਾਰੀ ਫੇਰ ਬੇਸਿੱਟਾ ਨਿਕਲੀ, ਇਸ ਬਾਰੇ ਤੁਹਾਡਾ ਕੀ ਕਹਿਣਾ? ਉਹ ਇਹ ਵੇਖੋ ਜੀ, ਅੱਜ ਵਾਲੀ ਮੀਟਿੰਗ ਤੋਂ ਸਾਨੂੰ ਪਹਿਲਾਂ ਹੀ ਲੱਗਦਾ ਸੀ ਕੋਈ ਇੰਨੀਆਂ ਜ਼ਿਆਦੀਆਂ ਉਮੀਦਾਂ ਹੈ ਨਹੀਂ ਸੀ, ਪਰ ਸਟੈਪ ਬਾਈ ਸਟੈਪ ਜਿਹੜਾ ਸਰਕਾਰ ਨੂੰ ਅਸੀਂ ਪਿੱਛੇ ਧੱਕ ਰਹੇ ਹਾਂ
ਔਰ ਸਰਕਾਰ ਨੇ ਅੱਜ ਵੀ ਸਾਨੂੰ ਇਹ ਗੱਲ ਕਹੀ ਆ ਕਿ ਬਾਰ-ਬਾਰ ਪੁੱਛ ਰਿਹਾ ਸੀ ਕਿ ਤੁਸੀਂ ਕੀ ਰੱਦ ਤੋਂ ਬਿਨਾਂ ਕੋਈ ਮਸਲਾ ਹੈਗਾ ਤੁਹਾਡੇ ਕੋਲ, ਕੋਈ ਸੋਧਾਂ ਲਈ ਤਿਆਰ ਹੋ, ਪਰ ਅਸੀਂ ਕਿਹਾ ਅਸੀਂ 1 ਇੰਚ ਵੀ ਪਿੱਛੇ ਨਹੀਂ ਹਟਣਾ। ਅਸੀਂ ਅੱਜ ਕਹਿ ਲਓ ਭਾਵੇਂ 20 ਮੀਟਿੰਗਾਂ ਕਰਾ ਲਓ, ਭਾਵੇਂ 100 ਮੀਟਿੰਗਾਂ ਕਰਾ ਲਓ, ਸਾਡਾ ਸਟੈਂਡ ਉਹੀ ਆ, ਰੱਦ ਰੱਦ ਰੱਦ। ਤੇ ਰੱਦ ਤੋਂ ਬਿਨਾਂ ਅਸੀਂ ਕੋਈ ਗੱਲ ਕਰਨੀ ਵੀ ਨਹੀਂ। ਅੱਜ ਸਰਕਾਰ ਨੇ 2 ਵਾਰੀ ਸਾਨੂੰ ਕਿਹਾ ਕਿ ਤੁਸੀਂ MSP ਤੇ ਆਪਾਂ ਗੱਲ ਕਰੀਏ। ਅਸੀਂ ਕਿਹਾ ਨਹੀਂ, ਅਸੀਂ ਤੁਸੀਂ ਹੁਣ ਚਾਹੇ 8 ਤਰੀਕ ਨੂੰ ਮੀਟਿੰਗ ਰੱਖੀ, ਅਸੀਂ ਕਹਾਣੀ ਇੱਥੇ ਹੀ ਸ਼ੁਰੂ ਕਰਨੀ ਆ ਵੀ ਤੁਸੀਂ ਕੀ ਇਹਨੂੰ ਰਿਪੀਲ ਕਰਦੇ ਹੋ ਜਾਂ ਨਹੀਂ ਕਰਦੇ। ਜਿਵੇਂ ਰਿਪੀਲ ਕਰਨਾ ਤੁਸੀਂ ਦੱਸੋ, ਹਾਂ ਜਾਂ ਨਾ। ਪਰ ਸਰਕਾਰ ਉੱਥੇ ਆ ਕੇ ਫਿਰ ਕਿਤੇ ਨਾ ਕਿਤੇ ਚੁੱਪ ਕਰ ਜਾਂਦੀ ਆ। ਔਰ ਦੇਖਦੇ ਆਉਣ ਵਾਲੇ ਸਰਕਾਰ ਦੇ ਹੱਥ ਵਿੱਚ ਫੈਸਲਾ ਹੈ। ਸਾਡਾ ਜੋ ਅਸੀਂ ਆਪਣਾ ਉੱਥੇ ਪੱਖ ਰੱਖਣਾ ਸੀ, ਉਹ ਪਿਛਲੀਆਂ ਮੀਟਿੰਗਾਂ 'ਚ ਵੀ, ਅੱਜ 8ਵੇਂ ਦੌਰ ਦੀ ਮੀਟਿੰਗ ਸੀ, ਉਹਦੇ ਵਿੱਚ ਵੀ ਰੱਖ ਚੁੱਕੇ ਆ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਰਕਾਰ ਚਾਹੁੰਦੀ ਸੀ ਤੁਹਾਨੂੰ ਬਾਰ-ਬਾਰ MSP ਤੇ ਗੱਲ ਕਰੀਏ, ਲੇਕਿਨ ਤੁਸੀਂ ਚਾਹੁੰਦੇ ਸੀ ਵੀ ਖੇਤੀਬਾੜੀ ਕਾਨੂੰਨਾਂ ਤੇ ਗੱਲ ਹੋਵੇ। ਇਹਦੇ ਨਾਲ ਇਹ ਵੀ ਪਤਾ ਲੱਗਾ ਕਿ ਕੁਛ ਨਾ ਕੁਛ ਥੋੜੀ ਬਹੁਤੀ ਤਲਖੀ ਵੀ ਹੋਈ ਔਰ ਇੱਕ ਵਾਰੀ ਸੋਮ ਪ੍ਰਕਾਸ਼ ਉਹਨਾਂ ਨੂੰ ਸਾਰਿਆਂ ਨੂੰ ਮਨਾਉਣਾ ਵੀ ਪਿਆ। ਇਸ ਬਾਰੇ ਦੱਸੋ। ਨਹੀਂ, ਮੀਟਿੰਗ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੋਈ ਜਿਹੜੀ ਮਨਾਉਣ ਵਾਲੀ, ਕਿਉਂਕਿ ਉੱਥੇ ਬੜੇ ਡਿਸਪਲਿਨ ਵਿੱਚ ਮੀਟਿੰਗ ਚੱਲੀ ਆ। ਪਰ ਹਾਂ, ਤਲਖੀ ਵਾਲੀ ਗੱਲ ਤਾਂ ਜਦੋਂ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾਓਗੇ ਤੇ ਜਦੋਂ ਕਿਸਾਨ ਆਗੂ ਬਾਰ-ਬਾਰ ਸਮਝਾ ਰਹੇ ਨੇ, ਤੁਸੀਂ ਫਿਰ ਉਹ ਬੰਦੇ ਨੂੰ ਜਿਹੜਾ ਥੋੜਾ ਜਿਹਾ ਹੋ ਜਾਂਦਾ ਮਨ ਵਿੱਚ ਕਿ ਤੁਹਾਨੂੰ ਸਮਝ ਨਹੀਂ ਆ ਰਹੀ ਹੈ ਨਾ, ਵੀ ਅਸੀਂ ਇੱਕੋ ਗੱਲ ਚਾਹੁੰਦੇ। ਤੁਸੀਂ ਫਿਰ ਇੱਕੋ ਗੱਲ ਮੈਂ ਤੁਹਾਨੂੰ ਕਹੀ ਜਾਵਾਂ, ਅੱਜ ਦਿਨ ਹੈ, ਤੁਸੀਂ ਕੋ ਰਾਤ ਹੈ, ਮੈਂ ਕਹਦੇ ਹਾਂ ਤੁਸੀਂ ਕੋ ਰਾਤ ਆ। ਅਸੀਂ ਕਹਿ ਰਹੇ ਹਾਂ ਕਿ ਰੱਦ ਕਰੋ, ਉਹ ਕਹਿ ਰਿਹਾ ਤੁਸੀਂ ਸੋਧਾ ਕਰਾ ਲਓ। ਪਰ ਗੱਲ ਫਿਰ ਸਰਕਾਰ ਵੇਖੋ ਆਉਣ ਵਾਲੇ ਦਿਨਾਂ ਵਿੱਚ ਮੈਨੂੰ ਲੱਗਦਾ ਕਿ ਛੇਤੀ ਹੁਣ ਝੁਕਣ ਵਾਲੀ ਆ ਸਰਕਾਰ ਨੇ ਪਹਿਲਾਂ ਤਾਂ ਕਦੇ ਰੱਦ ਸ਼ਬਦ ਮੂੰਹ ਚੋਂ ਕੱਢਿਆ ਹੀ ਨਹੀਂ, ਪਰ ਅੱਜ ਸਰਕਾਰ ਦੇ ਮੂੰਹ ਚੋਂ ਹੀ ਨਿਕਲਿਆ ਕਿ ਜੇ ਰੱਦ ਕਰਨਾ ਪਿਆ ਤਾਂ ਸਾਨੂੰ ਹੋਰ ਵੀ ਜਿਹੜੀਆਂ ਜਥੇਬੰਦੀਆਂ ਜਾਂ ਹੋਰ ਵੀ ਕਿਸਾਨਾਂ ਨਾਲ ਗੱਲ ਕਰਨੀ ਪਊਗੀ ਵੀ ਕਿਤੇ ਉਹ ਨਾ ਹੋਵੇ ਉਹ ਇਸ ਜਿਹੜੇ ਉਹਨਾਂ ਦੇ, ਮੈਂ ਕਹੂੰਗਾ ਜਿਹਨਾਂ ਨੇ ਆਪਦੇ ਪੈਦਾ ਕੀਤੇ ਹੋਈਆਂ ਜਥੇਬੰਦੀਆਂ ਨੇ, ਉਹਨਾਂ ਦਾ ਹਵਾਲਾ ਦੇ ਰਿਹਾ ਸੀ ਵੀ ਸਾਨੂੰ ਉਹਨਾਂ ਨਾਲ ਗੱਲ ਕਰਨੀ ਪੈਣੀ ਰੱਦ ਕਰਨ ਤੋਂ ਪਹਿਲਾਂ। ਪਰ ਅਸੀਂ ਉਹਨਾਂ ਨੂੰ ਇਹ ਵੀ ਕਹਿਤਾ ਕਿ ਜਿਹੜੀਆਂ 40 ਆਗੂ ਨਾ ਸਮਝੋ, ਇਹ 40 ਦੇ ਪਿੱਛੇ 10-10 ਜਥੇਬੰਦੀਆਂ ਨੇ ਇੱਕ ਜਣੇ ਨੂੰ ਭੇਜਿਆ। ਲਗਭਗ ਇਹ 450 ਦਾ ਸੰਯੁਕਤ ਮੋਰਚਾ, 450 ਜਥੇਬੰਦੀ ਦਾ ਪੂਰੇ ਦੇਸ਼ ਦਾ, ਤੇ ਪੂਰੇ ਦੇਸ਼ ਦੀਆਂ 450 ਬੰਦੇ ਇਹ ਜਿਹੜੇ ਬੰਦੇ ਨੇ 450 ਜਥੇਬੰਦੀਆਂ ਦੀ ਨੁਮਾਇੰਦਗੀ ਕਰ ਰਹੇ ਨੇ। ਪੂਰੇ ਭਾਰਤ ਦੀ ਆਵਾਜ਼ ਹੈ, ਪੂਰੇ ਭਾਰਤ ਦੇ ਕਿਸਾਨਾਂ ਦੀ ਆਵਾਜ਼ ਹੈ। ਤੇ ਤੁਸੀਂ ਕਿਰਪਾ ਕਰਕੇ ਤੇ ਆਵਾਜ਼ ਸੁਣੋ ਔਰ ਇਹ ਕਾਨੂੰਨ ਰੱਦ ਕਰੋ ਜੀ। ਅੰਦਰ ਮੀਟਿੰਗ ਹੋਈ, ਉਹਦਾ ਕੋਈ ਨਤੀਜਾ ਨਿਕਲ ਕੇ ਨਹੀਂ ਆਇਆ। 8 ਤਰੀਕ ਨੂੰ ਅਗਲੀ ਮੀਟਿੰਗ ਵਾਸਤੇ ਤੁਹਾਨੂੰ ਬੁਲਾਇਆ ਗਿਆ ਆ। ਤੁਹਾਨੂੰ ਕੀ ਲੱਗਦਾ ਕਿ ਅਗਲੀ ਮੀਟਿੰਗ ਦੇ ਵਿੱਚ ਕੁਝ ਹੋਏਗਾ ਕਿ ਇਦਾਂ ਦੀ ਰਹੇਗੀ? ਅਸੀਂ ਉਹਨਾਂ ਨੂੰ ਇਹ ਕਿਹਾ ਕਿ ਜੇ ਤੁਹਾਡਾ ਕੋਈ ਫੈਸਲਾ ਹੁੰਦਾ ਤਾਂ ਸਾਨੂੰ ਸੱਦਿਓ, ਜੇ ਤੁਹਾਡਾ ਕੋਈ ਫੈਸਲਾ ਨਹੀਂ ਹੁੰਦਾ ਬੇਸ਼ੱਕ ਨਾ ਸੱਦੋ। ਤੇ ਅਸੀਂ MSP ਤੇ ਫਿਰ ਇਸ ਕਰਕੇ ਚਰਚਾ ਨਹੀਂ, ਉਹ ਚਾਹੁੰਦੇ ਸੀ MSP ਤੇ ਚਰਚਾ ਕਰਕੇ ਥੋੜਾ ਲੋਲੀਪੌਪ ਦੇ ਦਈਏ। ਅਸੀਂ ਉਹ 'ਤੇ ਚਰਚਾ ਨਹੀਂ ਕੀਤੀ। ਅਸੀਂ ਕਿਹਾ ਇਕੱਠੀ ਚਰਚਾ ਕਰਾਂਗੇ, ਇਹ ਮੀਟਿੰਗ ਬੇਨਤੀਜਾ ਕਹਿ ਸਕਦੇ ਹਾਂ। ਉਹ ਕਹਿੰਦੇ ਆ ਸਾਨੂੰ ਕੋਈ ਇਹਦਾ ਆਲਟਰਨੇਟਿਵ ਦਿਓ। ਅਸੀਂ ਆਲਟਰਨੇਟਿਵ ਕਹਿਤਾ, ਕੋਈ ਆਲਟਰਨੇਟਿਵ ਨਹੀਂ, ਇਹਨੂੰ ਰਿਪੀਲ ਕਰਨਾ ਹੀ ਆਲਟਰਨੇਟਿਵ ਆ। ਤੇ 8 ਤਰੀਕ ਨੂੰ ਜਿਹੜੀ ਮੀਟਿੰਗ ਹੋਏਗੀ ਉਹਦੇ ਵਾਸਤੇ ਤੁਸੀਂ ਹਾਮੀ ਭਰਤੀ ਕਿ ਹਜੇ ਕੋਈ ਹਾਮੀ ਨਹੀਂ, ਹਾਮੀ ਭਰਤੀ ਆ। ਅਸੀਂ ਗੱਲਬਾਤ ਤੋਂ ਕਦੇ ਨਹੀਂ ਭੱਜਦੇ, ਅਸੀਂ ਸੱਚੇ ਆ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਣ ਵਾਲੇ। ਤੇ ਅੱਗੇ ਹੁਣ ਅਗਰ ਇਹਨਾਂ ਨੇ MSP ਤੋਂ ਇਲਾਵਾ ਤੇ ਇਹਨਾਂ ਨੇ ਖੇਤੀ ਕਾਨੂੰਨ ਬਾਰੇ ਕੋਈ ਗੱਲ ਨਹੀਂ ਕੀਤੀ ਹੈਗੀ, ਸੜਕਾਂ ਤੇ ਬੈਠਾਂਗੇ। ਕਿੰਨੀ ਦੇਰ ਤੱਕ ਦੇ ਤੁਹਾਡੀ ਤਿਆਰੀ ਹੈਗੀ ਆ? ਅਸੀਂ ਵਿਸਾਖੀ ਤੱਕ। देश प्रदेश टीवी पे देखो दोस्तों, साढ़े ना इस टाइम हनन मौला जी ने, आप कौन से किसान जत्थेबंदी से हैं और किसके आगू हैं? मैं AIKCC का वर्किंग ग्रुप मेंबर है और ऑल इंडिया किसान सभा का सारा भारत का जनरल सेक्रेटरी। हाँ, तो अभी जो हमें पता चल रहा है कि इस मीटिंग का कोई नतीजा नहीं निकला, जैसे कि बहुत सारे किसान आगुओं के द्वारा तवक्को की जा रही थी। अगले 6 मीटिंग में नतीजा नहीं निकला, मगर आज नतीजा के और एक बात हम साफ कर दिया। सरकार पहले समझता था हमको समझाएंगे, आज सरकार समझ गया हमको समझाने का कोई स्कोप आज बचा नहीं है। हम बता दिया हमारा 40 संगठन नहीं है, 450 संगठन, हम सहमत है, एक भी डिफरेंस नहीं है। और हम चाहते हैं रिपील के अलावा कोई इशू चर्चा नहीं करेंगे। तो अगले मीटिंग होगा तो रिपील ही चर्चा होगा। तो रिपील के बारे में चर्चा करने के लिए तैयार हुआ। 8 तारीख 2 बजे रिपील का चर्चा के बाद ही हम अगले चर्चा होगा MSP के बारे में। जब तक ये सब फैसला नहीं होगा हम गांव में किसान वापस नहीं जाएगा। हम भी लीडर गांव में नहीं जा सकता क्योंकि गांव के किसान हमको नहीं सहेंगे। क्या लेके आया? रिपील के अलावा हम किसान नेता भी घर नहीं जा सकते। एक चीज़ बताइए, ये भी पता चला है कि जब केंद्र की सरकार, उनके मंत्री ये चाह रहे थे कि बात MSP पे हो और किसान आगू ये चाह रहे थे कि बात खेतीबाड़ी के कानूनों पे हो, तब थोड़ी सी डिफरेंसेस आए, थोड़ी तलखी भी हुई, थोड़ा माहौल ख़राब भी हुआ। उसके बारे में क्या कहेंगे? नहीं, माहौल कुछ ख़राब नहीं हुआ। किसान अपना बातों में अड़े हैं। कोई 7 महीना हम एजेंडा चेंज नहीं किया। बाकी 2, 3, 4, 5 अलग बात है।
हमारा नंबर 1 एजेंडा में कोई चेंज नहीं हुआ। आज सरकार समझ गया और सरकार ये भी समझ गया कि उसका 8 तारीख इसी पर चर्चा करना पड़ेगा और कुछ फैसला देना पड़ेगा। हम उसको मजबूर करेंगे 8 तारीख के कानून वापस लेने के लिए।